इंडियन एडर्स ऑर्गेनाइजेशन ਵੱਲੋਂ ਵਾਹਿਗੁਰੂ जी का खालसा वाहिगुरू जी की फतेह। ਅੱਜ ਦਾ ਵਿਸ਼ਾ ਵਿਟਾਮਿਨ ਡੀ ਹੈ। ਵਿਟਾਮਿਨ ਡੀ ਹਿਊਮਨ ਬੋਡੀ ਦਾ ਸਨ ਆਫ ਦਾ ਹਿਊਮਨ ਬੋਡੀ ਮੰਨਿਆ ਜਾਂਦਾ ਹੈ। ਇਸ ਦੀ ਘਾਟ ਕੁਛ ਤਾਂ ਉਮਰ ਨਾਲ ਹੋ ਜਾਂਦੀ ਹੈ, ਜਿਸ ਦਾ ਕਾਰਨ ਸਕਿਨ ਵਿੱਚੋਂ ਫੈਟ ਖਤਮ ਹੋ ਜਾਣਾ ਹੁੰਦਾ ਹੈ। ਨੰਬਰ 2, ਇਸ ਦੀ ਘਾਟ ਸਕਿਨ ਦੇ ਵਿੱਚੋਂ ਫੈਟ ਜ਼ਬਰਦਸਤੀ ਖਤਮ ਕਰ ਦੇਣੀ ਹੈ। ਜ਼ਬਰਦਸਤੀ ਸਾਬਣ ਅਤੇ ਸ਼ੈਂਪੂ ਵਰਤਣ ਨਾਲ ਐਕਸੈਸਿਵ ਯੂਜ਼ ਇਸ ਨੂੰ ਕੈਮੀਕਲ ਰਿਮੂਵਲ ਆਫ ਦਾ ਫੈਟ ਫਰੋਮ ਦਾ ਸਕਿਨ ਨਿਕਲ ਜਾਂਦੀ ਹੈ, ਜਿਸ ਨਾਲ ਅਲਟਰਾਵਾਇਲਟ ਰੇ ਸਕਿਨ ਫੈਟ ਆਇਲ ਦੇ ਉੱਤੇ ਰਿਐਕਟ ਨਹੀਂ ਕਰ ਪਾਉਂਦੀ। ਸਹੀ ਮਾਤਰਾ ਦੇ ਵਿੱਚ ਹੋਵੇ ਤਾਂ ਉਹ ਅਲਟਰਾਵਾਇਲਟ ਰੇ ਸਨ ਦੀਆਂ ਰਿਐਕਟ ਕਰਕੇ ਵਿਟਾਮਿਨ ਡੀ ਬਣ ਕੇ ਅੰਦਰ ਨੂੰ ਜਾਂਦਾ ਹੈ। ਸਕਿਨ ਤੋਂ ਇਨਸਾਈਡ ਮੂਵਮੈਂਟ ਹੁੰਦੀ ਹੈ ਅਤੇ ਇਹ ਸਾਰੇ ਸਰੀਰ ਨੂੰ ਸਹੀ ਰੱਖਦਾ ਹੈ, ਸਰੀਰ ਦੀ ਤਾਕਤ ਨੂੰ ਵਧਾਉਂਦਾ ਹੈ। ਪਰ ਅੱਜ ਵੀ ਜਦੋਂ ਆਪਾਂ ਇਸ ਨੂੰ ਮਿਣਦੇ ਹਾਂ ਤਾਂ ਇਹਦੀ ਮਾਤਰਾ ਬਹੁਤ ਥੋੜ੍ਹੀ ਲੋਕਾਂ ਵਿੱਚ ਬੜੀ ਡੈਫੀਸ਼ੀਐਂਸੀ ਦੇ ਵਿੱਚ ਸਾਹਮਣੇ ਆਉਂਦੀ ਹੈ, ਜਿਸ ਦਾ ਕਾਰਨ ਇੱਕ ਇਨਡੋਰ ਨੇਚਰ ਤੋਂ ਹਟ ਕੇ ਆਪਣੇ ਕੰਮਕਾਰ ਅਤੇ ਅੰਦਰ ਵੜੇ ਰਹਿਣਾ ਵੀ ਹੈ, ਜਿਸ ਵਿੱਚ ਸਨ ਐਕਸਪੋਜ਼ਰ ਨਹੀਂ ਹੈ। ਵੈਸੇ ਤਾਂ ਲਾਈਟ ਕਿਸੇ ਵੀ ਢੰਗ ਨਾਲ ਸਨ ਦੇ ਐਕਸਪੋਜ਼ਰ ਦੇ ਪਰੇ ਵੀ ਹੋਵੇ ਤਾਂ ਲਾਈਟ ਵੀ ਇਸ 'ਤੇ ਅਸਰ ਕਰਕੇ ਵਿਟਾਮਿਨ ਡੀ ਬਣਾ ਦਿੰਦੀ ਹੈ, ਪਰ ਅਸੀਂ ਲਾਈਟ ਨੂੰ ਵੀ ਆਪਣੇ ਅੰਦਰ ਤੱਕ ਸੀਮਿਤ ਕਰ ਦਿੰਦੇ ਹਾਂ। ਲਾਈਟ ਅਤੇ ਐਕਸਪੋਜ਼ਰ ਸਨ ਦੀਆਂ ਡਾਇਰੈਕਟ ਦੋਨੋਂ ਹੀ ਇਸ ਨੂੰ ਵਾਂਝਾ ਕਰਨ ਕਰਕੇ ਵੀ ਇਸ ਦਾ ਮੁੱਖ ਕਾਰਨ ਹੈ। ਸੋ 3 ਕਾਰਨ ਹਨ। ਇੱਕ ਉਮਰ, ਨੰਬਰ 2 ਸੋਪ ਕੈਮੀਕਲਸ, ਨੰਬਰ 3 ਆਪਣੇ ਚੇਂਜ ਆਫ ਦਾ ਐਨਵਾਇਰਮੈਂਟਲ ਸਟਾਈਲ ਆਫ ਦਾ ਹਿਊਮਨਸ। ਇਸ ਦੀ ਘਾਟ ਪਤਾ ਲੱਗਦਾ ਹੈ ਜਿਸ ਵਿੱਚ ਕੁਛ ਕਹਿ ਲਓ ਸਾਲਾਂ ਬੱਧੀ 5, 7, 8, 10 ਸਾਲ ਦੇ ਇਸ ਵਤੀਰੇ ਤੋਂ ਬਾਅਦ ਬਾਡੀ ਦੇ ਵਿੱਚ ਇਸ ਰੇਸ਼ੋ ਨਾਲ ਇਸ ਦੀ ਘਾਟ ਆਉਂਦੀ ਹੈ ਕਿ ਜਿਸ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਇਸ ਨੂੰ ਇੱਕੋ ਦਮ ਪੂਰੀ ਕਰਨ ਵਿੱਚ ਆਪਾਂ ਉਤਸ਼ਾਹਿਤ ਹੋ ਜਾਂਦੇ ਹਨ। ਸਾਇੰਟੀਫਿਕ ਯੁੱਗ ਵਿੱਚ ਇਸ ਨੂੰ ਪੂਰਾ ਕਰਨ ਦੀ ਵਿਧੀ ਇੰਟਰਮਸਕੂਲਰ ਇੰਜੈਕਸ਼ਨ ਜੋ ਲੈਕਸ ਯੂਨਿਟਸ ਵਿੱਚ ਹਨ, ਓਰਲ ਪਾਊਚ ਜੋ 1000 ਯੂਨਿਟਸ ਵਿੱਚ ਹਨ। ਸਿਰਫ ਇੱਕ ਗੱਲ ਹੀ ਇਸ ਦੇ ਅਨੁਕੂਲ ਨਹੀਂ ਹੈ ਕਿ ਇਹ ਬਾਡੀ ਵਿੱਚ ਜਦੋਂ ਇੰਨੀ ਮਾਤਰਾ ਵਿੱਚ ਚਲੇ ਜਾਂਦੇ ਹਨ ਤਾਂ ਬਲੱਡ ਲੈਵਲਸ ਇਸ ਦੇ ਪੂਰੇ ਹੋ ਜਾਂਦੇ ਹਨ, ਪਰ ਇਸ ਦਾ ਨੇਚਰ ਤਰੀਕਾ ਜੋ ਨੇਚਰ ਵੱਲੋਂ ਕੁਦਰਤ ਦੇ ਸਕਿਨ ਤੋਂ ਇਨਸਾਈਡ ਹੈ ਉਹ ਫਲੋ ਇਨਸਾਈਡ ਟੂ ਆਊਟਸਾਈਡ ਹੋ ਜਾਂਦਾ ਹੈ। ਇੰਨੇ ਵੱਡੇ ਬਲੱਡ ਲੈਵਲਸ ਤੋਂ ਬਾਅਦ ਜੋ ਰਿਐਕਟਿਵ ਬਾਡੀ ਜੋ ਟ੍ਰਿਗਰਿੰਗ ਪੁਆਇੰਟ ਹੈ ਜਿਸ ਨਾਲ ਵਿਟਾਮਿਨ ਡੀ ਦੀ ਪ੍ਰੋਡਕਸ਼ਨ ਬਾਡੀ ਡਿਮਾਂਡ ਕਰਦੀ ਹੈ ਉਹ ਬਿਲਕੁਲ ਮੁੱਕ ਜਾਂਦੀ ਹੈ। ਤੁਸੀਂ ਫਿਰ ਸਕਿਨ ਨੂੰ ਲੈ ਕੇ ਸਨ ਦੇ ਵਿੱਚ ਵੀ ਜਾਓਗੇ ਤਾਂ ਬਾਡੀ ਉਸ ਨੂੰ ਬਣਾਉਂਦੀ ਨਹੀਂ, ਕਿਉਂਕਿ ਉਹਦਾ ਜੋ ਟ੍ਰਿਗਰਿੰਗ ਪੁਆਇੰਟ ਹੈ ਉਹ ਸਨਬ ਹੋ ਜਾਂਦਾ ਹੈ, ਕਿਉਂਕਿ ਉਹਦੇ ਬੰਬਾਰਡਮੈਂਟ ਆਫ ਦਾ ਹਾਈ ਲੈਵਲਸ ਆਫ ਵਿਟਾਮਿਨ ਡੀ ਬਾਡੀ ਵਿੱਚ ਹੋ ਜਾਂਦਾ ਹੈ, ਪਰ ਉਸ ਦਾ ਅਸਰ ਨਹੀਂ ਆਉਂਦਾ ਕਿਉਂਕਿ ਵਿਧੀ ਗਲਤ ਹੈ। ਸਹੀ ਮਾਇਨਿਆਂ ਦੇ ਵਿੱਚ ਆਇਲ ਦੇ ਵਿੱਚ ਜੋ ਵਿਟਾਮਿਨ ਡੀ ਅਗਰ ਮਿਲ ਜਾਂਦਾ ਹੈ, ਸਕਿਨ ਦੇ ਉੱਤੇ ਮਸਾਜ ਕੀਤਾ ਜਾਂਦਾ ਹੈ, ਮਸਾਜ ਕਰਨ ਦੇ ਨਾਲ ਬਾਡੀ ਸਕਿਨ ਦੇ ਵਿੱਚੋਂ ਮਿਕਸਿੰਗ ਆਫ ਦਾ ਵਿਟਾਮਿਨ ਡੀ ਨੂੰ ਨੈਚੁਰਲ ਤੌਰ 'ਤੇ ਵੀ ਅਬਜ਼ੋਰਵ ਕਰਕੇ ਅੰਦਰ ਲੈ ਜਾਂਦੀ ਹੈ ਅਤੇ ਕੁਝ ਮਹੀਨੇ ਸਾਲਾਂ ਬਾਅਦ ਡੇਲੀ ਮਸਾਜ ਕਰਨ ਨਾਲ ਉਹ ਕਰੈਕਟਿਵ ਮੈਜਰਸ ਦਾ ਆਪਣਾ ਸਮਾਂ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਅੱਜ ਵਿਟਾਮਿਨ ਡੀ ਦੀ ਲੈਵਲ 10-20 ਦੀ ਰੇਸ਼ੋ ਵਿੱਚ ਹਨ ਅਤੇ 10 ਦਿਨਾਂ ਬਾਅਦ ਉਹਦਾ ਲੈਵਲ 70-80 'ਤੇ ਚਲਾ ਗਿਆ ਹੈ। ਬਾਡੀ ਖੁਦ ਹੀ ਨਹੀਂ ਸਮਝ ਪਾਉਂਦੀ। ਅੱਜ ਵੀ ਆਪਾਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੋ ਮੈਂ ਇਸ ਦੀ ਘਾਟ ਦੇ ਕਾਰਨ ਦੱਸੇ ਹਨ, ਤਾਂ ਖਾਣ ਪੀਣ ਵਿੱਚ ਉਹ ਚੀਜ਼ਾਂ ਖਾਓ ਜਿਨ੍ਹਾਂ ਦੇ ਵਿੱਚ ਵਿਟਾਮਿਨ ਡੀ ਆਉਂਦਾ ਹੈ। ਇਹ ਵੱਖਰੀ ਗੱਲ ਹੈ ਕਿ ਤੁਸੀਂ ਧਰਮ ਨਾਲ ਜ਼ਿਆਦਾ ਬੱਝੇ ਹੋ ਜਾਂ ਆਪਣੀ ਸਿਹਤ ਨਾਲ ਜ਼ਿਆਦਾ ਬੱਝੇ ਹੋ। ਨੰਬਰ 2 ਉਹ ਚੀਜ਼ਾਂ ਨੂੰ ਵਰਤੋ ਜੋ ਲਿਮਿਟ ਵਿੱਚ ਹਨ। ਅਗਰ ਤੁਸੀਂ ਬਹੁਤ ਜ਼ਿਆਦਾ ਸਾਬਣ ਸ਼ੈਂਪੂਆਂ ਦਾ ਇਸਤੇਮਾਲ ਕਰੋਗੇ, ਆਪਣੀ ਡੇਲੀ ਐਕਟੀਵਿਟੀ ਨੂੰ ਇਨਸਾਈਡ ਰੱਖੋਗੇ, ਤਾਂ ਫਿਰ ਕੁਦਰਤੀ ਹੈ ਕਿ ਤੁਸੀਂ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਤੋਂ ਵਾਂਝਿਆਂ ਰਹਿ ਕੇ, ਉਸ ਤੋਂ ਦੂਰ ਰਹਿ ਕੇ ਵਿਟਾਮਿਨ ਡੀ ਨਾਲ ਹਿਊਮਨ ਬਾਡੀ ਨੂੰ ਤੁਸੀਂ ਉਸ ਦੀ ਤਾਕਤ ਨੂੰ ਕਾਮਯਾਬ ਨਹੀਂ ਰੱਖ ਸਕਦੇ। ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਮਾਨਸਿਕਤਾ ਦੇ ਤੌਰ 'ਤੇ ਵੀ, ਕੈਂਸਰ ਦੀਆਂ ਤੱਕ ਵੀ ਇਸ ਨੂੰ ਲਿੰਕ ਕੀਤਾ ਜਾਂਦਾ ਹੈ। ਕਦੇ ਵੀ ਇਸ ਨੂੰ ਸਰੀਰਕ ਤੌਰ 'ਤੇ ਤੁਸੀਂ ਖੁਸ਼ਹਾਲ ਨਹੀਂ ਰਹਿ ਸਕਦੇ। ਸੋ ਇਸ ਕਰਕੇ ਤੁਸੀਂ ਆਪਣੇ ਰਹਿਣ ਸਹਿਣ ਦਾ ਜੀਵਨ ਬਦਲੋ
ਅੱਜ ਵੀ ਜੇ ਕਿਸੇ ਬਜ਼ੁਰਗ ਨੂੰ ਪਿੰਡ ਦੇ ਵਿੱਚ ਕਿਤੇ ਜਾ ਕੇ ਵਿਟਾਮਿਨ ਡੀ ਚੈੱਕ ਕਰੋਗੇ, ਜਾਂ ਤੁਸੀਂ ਵੇਖੋਗੇ ਕਿ ਜੋ ਗੁੱਜਰ ਲੋਕ ਬਾਹਰ ਖੇਤਾਂ ਵਿੱਚ ਬੈਠੇ ਹਨ, ਜੋ ਸ਼ਾਇਦ ਹੀ ਕਦੇ ਸਾਬਣ ਜਾਂ ਕਿਸੇ ਦਾ ਇਸਤੇਮਾਲ ਕਰਦੇ ਹਨ, ਵਿਟਾਮਿਨ ਡੀ ਦੀ ਘਾਟ ਹੋਵੇ। ਸੋ ਇਹ ਨਿਰਪੱਖ ਤੁਹਾਡੇ ਸਾਹਮਣੇ ਉਦਾਹਰਨ ਹੈ ਕਿ ਜੇ ਕਿਸੇ ਦੇ ਹਿਊਮਨਸ ਦੇ ਵਿੱਚ ਵਿਟਾਮਿਨ ਡੀ ਤੁਹਾਡੀ ਸਮਝ ਮੁਤਾਬਕ ਤੁਸੀਂ ਸਮਝਦਾਰ ਹੋ ਤੇ ਵਿਟਾਮਿਨ ਡੀ ਦੀ ਘਾਟ ਕਰਕੇ ਕਮਜ਼ੋਰ ਅਤੇ ਬਿਮਾਰ ਹੋ, ਕੀ ਇਹ ਤੁਹਾਡੀ ਸਮਝਦਾਰੀ ਹੈ ਕਿ ਤੁਹਾਡੀ ਬੇਵਕੂਫੀ ਹੈ? ਜੇ ਇਸ ਦੀ ਘਾਟ ਨੂੰ ਪੂਰਾ ਕਰਨ ਨਿਕਲਦੇ ਹੋ ਤਾਂ ਇੰਡਸਟਰੀ ਜੋ ਹੈ ਉਹ ਤੁਹਾਨੂੰ ਟਰੈਪ ਕਰਨ ਲਈ ਲੱਗੀ ਹੈ, ਆਪਣੇ ਪ੍ਰੋਡਕਟ ਵੇਚਣ ਲਈ ਲੱਗੀ ਹੈ ਅਤੇ ਤੁਸੀਂ ਕੰਜ਼ਿਊਮਰ ਹੋ। ਜੇ ਕਿਸੇ ਬਜ਼ੁਰਗ ਕੋਲ ਜਾਓਗੇ ਤਾਂ ਉਸ ਦੇ ਸਰੀਰ ਦੇ ਵਿੱਚੋਂ ਜੇ ਤੁਸੀਂ ਕਹੋ ਕਿ ਬਦਬੂ ਹੋ ਰਹੀ ਹੈ, ਉਹ ਤੁਹਾਡੀ ਆਪਣੀ ਨੱਕ ਦੀ ਬੇਸਮਝੀ ਹੈ। ਅਸਲੀ ਇਸ ਵਿੱਚ ਉਹਦਾ ਹਿਊਮਨ ਅਰੋਮਾ ਆਫ ਦਾ ਹਿਊਮਨ ਬਾਡੀ ਹੈ ਜੋ ਤੁਹਾਨੂੰ ਬਦਬੂ ਇਸ ਲਈ ਨਜ਼ਰ ਕਰ ਰਿਹਾ ਹੈ ਕਿਉਂਕਿ ਤੁਸੀਂ ਬਹੁਤ ਖੁਸ਼ਬੂਦਾਰ ਸਾਬਣ ਅਤੇ ਸ਼ੈਂਪੂ ਅਤੇ ਹੋਰ ਕਈ ਤਰ੍ਹਾਂ ਦੇ ਸੈਂਟ ਖੁਸ਼ਬੂਆਂ ਸੁੰਘਣ ਦੇ ਆਦੀ ਹੋ ਗਏ ਹੋ। ਹਿਊਮਨਸ ਇਸ ਦੇ ਆਦੀ ਨਹੀਂ ਹਨ। ਹਿਊਮਨਸ ਦੇ ਵਿੱਚ ਜੋ ਕਿਸੇ ਵੀ ਚੀਜ਼ ਨੂੰ ਅਸੈਪਟ ਕਰਨ ਵਾਸਤੇ ਹਰ ਇੱਕ ਸੈਂਸਰ ਲੱਗੇ ਹੋਏ ਹਨ, ਪਰ ਜਦੋਂ ਤੁਹਾਡੇ ਸੈਂਸਰ ਹੀ ਖਤਮ ਹੋ ਗਏ ਹਨ ਤਾਂ ਫਿਰ ਤੁਹਾਨੂੰ ਛੋਟਾ ਜਿਹਾ ਹਿਊਮਨ ਅਰੋਮਾ ਵੀ ਬਦਬੂ ਦੀ ਤਰ੍ਹਾਂ ਲੱਗੇਗਾ, ਜੋ ਮੇਰੇ ਮੁਤਾਬਕ ਉਹ ਸਿਰਫ ਤੁਹਾਡੀ ਬੇਸਮਝੀ ਹੈ। ਸੋ ਤੁਸੀਂ ਜੀਵਨ ਨੂੰ ਇੱਦਾਂ ਨਾ ਲਓ ਕਿ ਤੁਸੀਂ ਇੰਨੇ ਵੀ ਨਾ ਲਿਸ਼ਕਾਂ ਦੇ ਵਿੱਚ ਪੈ ਜਾਓ ਕਿ ਤੁਸੀਂ ਆਪਣੀਆਂ ਜੜ੍ਹਾਂ ਨੂੰ ਆਪ ਹੀ ਕੱਟੀ ਜਾ ਰਹੇ ਹੋ। ਤੁਸੀਂ ਸਿੰਪਲ ਜੀਵਨ ਵਿੱਚ ਰਹੋ, ਸਾਦੇ ਪਾਣੀ ਨਾਲ ਨਹਾਓ। ਤੁਹਾਡੇ ਵਿੱਚੋਂ ਜੋ ਅਰੋਮਾ ਹੈ ਉਸ ਨੂੰ ਅਗਰ ਕੁਝ ਸਮੇਂ ਦੇ ਬਾਅਦ ਵੇਖੋਗੇ ਤਾਂ ਤੁਹਾਨੂੰ ਇੱਦਾਂ ਦੀ ਕੋਈ ਵੀ ਬਦਬੂ ਨਹੀਂ ਆਏਗੀ, ਪਰ ਜਦੋਂ ਤੁਸੀਂ ਇੱਕ ਉਦਾਹਰਨ ਦੇ ਤੌਰ 'ਤੇ ਕਿਸੇ ਦੇ ਐਸੇ ਘਰ ਵਿੱਚ ਜਾਓ ਜਿਸ ਦੇ ਵਿੱਚ ਭੇਡਾਂ ਲੱਗੀਆਂ ਹੋਣ ਪਈਆਂ ਹੋਣ ਤਾਂ ਤੁਸੀਂ ਨੱਕ ਵੀ ਫੜ ਕੇ ਉਸ ਦੇ ਘਰ ਵਿੱਚ ਨਹੀਂ ਬੈਠ ਸਕਦੇ। ਨੱਕ ਛੱਡੋਗੇ ਤਾਂ ਸਾਹ ਨਹੀਂ ਲਿਆ ਜਾਣਾ, ਸਾਹ ਲਓਗੇ ਤਾਂ ਬਰਦਾਸ਼ਤ ਨਹੀਂ ਹੋ ਸਕਦਾ। ਪਰ ਤੁਸੀਂ ਵੇਖੋਗੇ ਉਹ ਭੇਡਾਂ ਵਾਲਾ ਘਰ ਜੋ ਹੈ, ਲੋਕ ਬੜੇ ਮਜ਼ੇ ਨਾਲ ਉਸ ਘਰ ਵਿੱਚ ਰੋਟੀ ਖਾਣਾ ਖਾ ਰਹੇ ਹਨ, ਜੀਵਨ ਜੀ ਰਹੇ ਹਨ। ਉਹਨਾਂ ਨੂੰ ਪੁੱਛੋਗੇ ਕਿ ਤੁਹਾਨੂੰ ਕੋਈ ਬਦਬੂ ਆਉਂਦੀ ਹੈ ਤਾਂ ਉਹ ਕਹਿੰਦੇ ਹਨ ਨਹੀਂ ਹਨ, ਸਾਨੂੰ ਇਹਨਾਂ ਦੀ ਬਦਬੂ ਨਹੀਂ ਆਉਂਦੀ, ਤੁਹਾਡੇ ਕੋਲ ਤਾਂ ਜ਼ਰੂਰ ਥੋੜ੍ਹੀ ਜਿਹੀ ਬਦਬੂ ਆ ਰਹੀ ਹੈ। ਸੋ ਇਹ ਤੁਹਾਡੇ ਆਪਣੇ ਸੈਂਸਰ ਹਨ ਜੋ ਆਪਣੇ ਅਨੁਕੂਲ ਵਾਤਾਵਰਨ ਦੇ ਹਿਸਾਬ ਨਾਲ ਐਕਟਿਵ ਹੋ ਕੇ ਤੁਸੀਂ ਗਲਤ ਕਦਮਾਂ ਵੱਲ ਜਾ ਰਹੇ ਹੋ। ਅੱਜ ਵੀ ਜੀਵਨ ਸ਼ੁਰੂ ਹੁੰਦਿਆਂ ਜਦੋਂ ਬੱਚਾ ਪੈਦਾ ਹੁੰਦਾ ਤੇ ਦਾਈ ਜੌਨਸਨ ਕਿਟ ਲਿਖ ਦਿੰਦੀ ਹੈ। ਜੌਨਸਨ ਕਿਟ ਇੱਕ ਇੰਡਸਟਰੀਲਾਈਜੇਸ਼ਨ ਵੱਲ ਧਕੇਲਣ ਦੀ ਇੱਕ ਜਿੰਦੀ ਜਾਗਦੀ ਉਦਾਹਰਨ ਹੈ ਜੋ ਇਸ ਗ੍ਰਾਸ ਰੂਟ ਤੱਕ ਲੈਵਲ ਤੱਕ ਚਲੇ ਗਈ ਹੈ। ਜੇ ਆਪਾਂ ਇਸ ਗੱਲ ਨੂੰ ਨਾ ਸਮਝ ਪਾਏ ਤਾਂ ਆਪਾਂ ਕੁਦਰਤ ਤੋਂ ਤਾਂ ਵਾਂਝੇ ਹੋਣਾ ਹੀ ਹੈ। ਆਪਣੇ ਆਪ ਨੂੰ ਵੀ ਇਸ ਪਲੈਨਟ ਦੇ ਅਨਫਿਟ ਕਰਕੇ ਇਹ ਇੰਡਸਟਰੀਲਾਈਜੇਸ਼ਨ ਦੇ ਟਰੈਪ ਵਿੱਚ ਆ ਕੇ ਆਪਣੀ ਸਿਹਤ ਨੂੰ ਖਰਾਬ ਕਰਕੇ ਇਹਨਾਂ ਦੇ ਪ੍ਰੋਡਕਟ ਯੂਜ਼ ਕਰਕੇ ਜੇ ਸਿਹਤ ਖਰਾਬ ਹੋ ਗਈ ਤਾਂ ਅੱਗੋਂ ਟ੍ਰੀਟਮੈਂਟ ਦੇ ਟਰੈਪ ਵਿੱਚ ਪੈ ਜਾਵਾਂਗੇ। ਜੇ ਟ੍ਰੀਟਮੈਂਟ ਦੇ ਟਰੈਪ ਵਿੱਚ ਪੈ ਗਏ ਤਾਂ ਅੱਜ ਵੀ ਅਨਾਜ ਦੇ ਉਨੇ ਭੰਡਾਰ ਨਹੀਂ ਹਨ ਜਿੰਨੇ ਵੇਅਰ ਹਾਊਸ ਦਵਾਈਆਂ ਰੱਖਣ ਦੇ ਅਤੇ ਪ੍ਰੋਡਕਸ਼ਨ ਲਈ ਇੰਡਸਟਰੀ ਲੱਗ ਗਈ ਹੈ। ਸੋ ਇਸ ਗੱਲ ਤੋਂ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਅਨਾਜ ਖਾਣਾ ਹੈ ਕਿ ਦਵਾਈਆਂ ਖਾ ਕੇ ਢਿੱਡ ਭਰਨਾ ਹੈ। ਸੋ ਆਪਣੇ ਆਪ ਨੂੰ ਸੰਭਾਲ ਲਓ, ਬਿਲਕੁਲ ਸਾਦਗੀ ਵਿੱਚ ਪਾਓ। ਕਿਸੇ ਵੀ ਐਸੀ ਚੀਜ਼ ਨੂੰ ਨਾ ਲੈ ਕੇ ਆਓ ਜੋ ਤੁਹਾਨੂੰ ਕੁਦਰਤ ਨੇ ਮੁਨਾਸਬ ਵਰਤਣ ਵਾਸਤੇ ਨਹੀਂ ਦਿੱਤੀ। ਤੁਸੀਂ ਬਿਲਕੁਲ ਨੇਚਰ ਦੇ ਨਾਲ ਲੱਗ ਕੇ ਰਹੋ। ਸਵੇਰੇ ਉੱਠ ਕੇ ਸਵਖਤੇ ਮਨ ਨੂੰ ਸ਼ਾਂਤ ਸੁਭਾਅ ਵਿੱਚ ਰਹਿ ਕੇ ਆਪਣੀ ਫਿਜ਼ੀਕਲ ਐਕਟੀਵਿਟੀ ਕਰੋ। ਰਾਤ ਦੇ ਕੀਤੇ ਹੋਏ ਕਿਸੇ ਵੀ ਚੀਜ਼ ਨੂੰ ਸਵੇਰੇ ਮੁੜ ਯਾਦ ਨਾ ਕਰੋ। ਤੁਸੀਂ ਆਪਣੇ ਸਟ੍ਰੈਸ ਲੈਵਲ 'ਤੇ ਕਾਬੂ ਰੱਖੋ ਅਤੇ ਹੋਰ ਵੀ ਅਜਿਹੇ ਸਿੰਪਲ ਜੀਵਨ ਵਿੱਚ ਜੀਓ। ਅੱਜ ਦੇ ਵਿਸ਼ੇ ਨੂੰ ਕਿਸੇ ਵੀ ਪਾਸੇ ਹੋਰ ਨਾ ਜਾਣ ਤੋਂ ਰੋਕਦਿਆਂ ਮੈਂ ਸਿਰਫ ਵਿਟਾਮਿਨ ਡੀ ਤੇ ਅੱਜ ਦੀ ਗੱਲ ਨੂੰ ਖਤਮ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਮੈਨੂੰ ਇੰਡੀਅਨ ਏਡਰਸ ਵੈਬ ਪੇਜ, ਈਮੇਲ, ਕੰਟੈਕਟ, ਈਵਨ ਪਰਸਨਲ ਮੀਟਿੰਗਸ 'ਤੇ ਮਿਲ ਸਕਦੇ ਹੋ, ਯਾਦ ਕਰ ਸਕਦੇ ਹੋ। ਮੈਨੂੰ ਇਸ ਦੀ ਖੁਸ਼ੀ ਹੋਏਗੀ। ਫਿਰ ਦੁਬਾਰਾ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।